हाँ जी, सत श्री अकाल दोस्तों। ਅੱਜ मैं पंजाबी च बोलांगा और ਅੱਜ ਜਿਹੜਾ ਮੇਰਾ ਮਕਸਦ ਹੈ ਬੋਲਣ ਦਾ ਉਹ ਸਿਰਫ ਤੇ ਸਿਰਫ ਮੇਰੇ ਪੰਜਾਬੀ ਭਰਾਵਾਂ ਨੂੰ ਹੈ ਬੋਲਣ ਦਾ। ਔਰ ਜਿੰਨੇ ਵੀ ਮੇਰੇ ਕਿਸਾਨ ਭਰਾ ਇਸ ਅੰਦੋਲਨ 'ਚ ਹਿੱਸਾ ਲੈ ਰਹੇ ਨੇ ਉਹਨਾਂ ਨੂੰ ਮੁਖਾਤਬ ਹੋ ਕੇ ਹੀ ਮੈਂ ਅੱਜ ਬੋਲਾਂਗਾ। ਦੋਸਤੋ, ਇਤਿਹਾਸ ਕੀ ਕਹਿੰਦਾ? ਇਤਿਹਾਸ ਕਹਿੰਦਾ ਵੀ ਅਸੀਂ ਆਪਣੀ ਗਲਤੀਆਂ ਤੋਂ ਸਬਕ ਸਿੱਖੀਏ ਜੋ ਅਸੀਂ ਇਤਿਹਾਸ 'ਚ ਕੀਤੀਆਂ, ਜਾਂ ਜੋ ਜਿਨ੍ਹਾਂ ਵੀ ਗੱਦਾਰਾਂ ਕਰਕੇ ਅਸੀਂ ਲੜਾਈਆਂ ਹਾਰੀਆਂ। ਠੀਕ ਹੈ ਨਾ, ਅਸੀਂ ਉਹਨਾਂ ਕਾਰਨਾਂ ਨੂੰ ਵਾਚੀਏ ਚੰਗੀ ਤਰ੍ਹਾਂ ਵੀ ਉਹ ਕੀ ਕਾਰਨ ਸੀਗੇ ਕਿ ਸਾਨੂੰ ਐਂਡ 'ਚ ਹਾਰ ਦਾ ਮੂੰਹ ਵੇਖਣਾ ਪਿਆ, ਸਾਡੇ 'ਤੇ ਬਾਹਰੀ ਤਾਕਤਾਂ ਕਾਬਜ਼ ਹੋ ਗਈਆਂ। ਤਾਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਵਾਚਣਾ ਬਹੁਤ ਜ਼ਰੂਰੀ ਹੈ। ਠੀਕ ਹੈ ਨਾ, ਪਰ ਜੇ ਅਸੀਂ ਇਹ ਗੱਲਾਂ ਕਰੀਏ ਵੀ ਜੀ ਅਸੀਂ ਇਤਿਹਾਸ ਦੁਹਰਾਉਣਾ ਹੈ, ਠੀਕ ਹੈ ਨਾ, ਤਾਂ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ। ਇਸ ਨਾਲ ਜਿਹੜਾ ਅੰਦੋਲਨ ਹੈ ਉਹ ਫੇਲ ਹੀ ਹੋਏਗਾ, ਉਹ ਅੱਗੇ ਨਹੀਂ ਵਧੇਗਾ। ਠੀਕ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਕਿਸਾਨ ਭਰਾਵਾਂ ਨੂੰ ਜਾਂ ਜਿੰਨੇ ਵੀ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਨੇ ਕਿ 4-5 ਮਹੀਨਿਆਂ ਦੀ ਕਮਾਈ ਹੈ, ਪੂਰਾ ਦੇਸ਼ ਦੇ ਕਿਸਾਨ ਨਾਲ ਜੁੜ ਰਹੇ ਨੇ, ਹੌਲੀ ਹੌਲੀ ਹੋਰ ਅੱਗੇ ਜੁੜਨਗੇ, ਜ਼ਰੂਰ ਜੁੜਨਗੇ, ਹੌਸਲਾ ਰੱਖੋ। ਪਰ ਇਹ 4-5 ਮਹੀਨੇ ਦੀ ਜਿਹੜੀ ਕਮਾਈ ਹੈ ਨਾ, ਇਹਨੂੰ ਮਿੱਟੀ 'ਚ ਨਾ ਰੋਲੋ ਪਲੀਜ਼, ਮੇਰੀ ਰਿਕੁਐਸਟ ਹੈ ਤੁਹਾਡੇ ਅੱਗੇ। ਠੀਕ ਹੈ ਜੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੀਡੀਆ ਕਿੰਨੀਆਂ ਨੈਗੇਟਿਵ ਗੱਲਾਂ ਨੂੰ ਹਾਈਲਾਈਟ ਕਰਦਾ ਹੈ। ਤੁਸੀਂ ਖੁਦ ਸੋਚੋ ਕਿ ਮੀਡੀਆ ਨੇ ਅੱਜ ਤੱਕ ਅੰਦੋਲਨ ਦੀ ਇੱਕ ਵੀ ਪੋਜ਼ੀਟਿਵ ਗੱਲ ਦਿਖਾਈ? ਸਿਰਫ ਇੱਕਾ ਦੁੱਕਾ ਨੂੰ ਛੱਡ ਕੇ ਨਹੀਂ ਦਿਖਾਈ ਨਾ। ਪਰ ਨੈਗੇਟਿਵ ਗੱਲਾਂ ਨੂੰ ਕਿੰਨੀ ਈਜ਼ੀਲੀ, ਕਿੰਨੀ ਆਸਾਨੀ ਨਾਲ ਉਹ ਚੱਕ ਲੈਂਦਾ। ਤਾਂ ਫਿਰ ਕਿਉਂ ਤੁਸੀਂ ਉਹ ਮੌਕਾ ਦੇ ਰਹੇ ਹੋ ਮੀਡੀਆ ਨੂੰ, ਸਰਕਾਰ ਨੂੰ ਕਿ ਇਹ ਅੰਦੋਲਨ ਫੇਲ ਹੋਵੇ? ਔਰ ਉਹ ਵੀ ਉਹ ਅੰਦੋਲਨ ਜੋ ਕਿ ਬੜੀ ਮੁਸ਼ਕਿਲ ਨਾਲ ਲੋਕ ਹਿੰਮਤ ਜੁਟਾ ਪਾਉਂਦੇ ਨੇ ਕਿ ਅਸੀਂ ਸਿਸਟਮ ਦੇ ਖਿਲਾਫ ਬੋਲੀਏ, ਅਸੀਂ ਸਿਸਟਮ ਦੇ ਖਿਲਾਫ ਖੜ੍ਹੇ ਹੋਈਏ। ਉਸ ਸਿਸਟਮ ਦੇ ਖਿਲਾਫ ਜਿਸ ਸਿਸਟਮ ਕਰਕੇ ਇੱਕ ਆਮ ਨਾਗਰਿਕ ਨੂੰ ਤਕਲੀਫ ਹੁੰਦੀ ਹੈ, ਨਾ ਕਿ ਸਿਰਫ ਇੱਕ ਪੰਜਾਬੀ ਨੂੰ ਤਕਲੀਫ ਹੋ ਰਹੀ ਹੈ, ਇਹ ਸਿਸਟਮ ਕਰਕੇ ਪੂਰੇ ਇੰਡੀਆ ਦੇ ਕਿਸਾਨਾਂ ਨੂੰ ਤਕਲੀਫ ਹੋ ਰਹੀ ਹੈ। ਪੂਰੇ ਇੰਡੀਆ ਦੇ ਕਿਸਾਨ ਨਾਲ ਜੁੜ ਵੀ ਰਹੇ ਨੇ। ਠੀਕ ਹੈ ਨਾ, ਪਰ ਜੇ ਤੁਸੀਂ ਅੰਦੋਲਨ ਦੇ ਵਿੱਚ ਇੱਦਾਂ ਦੀਆਂ ਹਿੰਸਾਤਮਕ ਕਿਰਿਆਵਾਂ ਕਰੋਗੇ ਤਾਂ ਓਬਵੀਅਸਲੀ ਦੇਸ਼ ਤੁਹਾਡੇ ਨਾਲੋਂ ਟੁੱਟੇਗਾ, ਜੁੜੇਗਾ ਨਹੀਂ। ਠੀਕ ਹੈ ਨਾ, ਔਰ ਤੁਸੀਂ ਕਦੇ ਇਹ ਨਾ ਸੋਚੋ, ਇਸ ਖਿਆਲੀ ਪਲੋ ਵਿੱਚ ਨਾ ਰਹੋ ਕਿ ਜੀ ਇਕੱਲਾ ਪੰਜਾਬ ਦਿੱਲੀ ਜਿੱਤ ਲਏਗਾ ਜਾਂ ਫਲਾਣਾ ਜਾਂ ਢਿਮਕਾ। ਇਹ ਕੁਛ ਨਹੀਂ ਹੁੰਦਾ, ਇਹ ਬੇਮਾਇਨੀਆਂ ਗੱਲਾਂ ਨੇ। ਇਹ 21ਵੀਂ ਸਦੀ 'ਚ ਜੀ ਰਹੇ ਹਾਂ ਆਪਾਂ, 18ਵੀਂ ਸਦੀ 'ਚ ਨਹੀਂ ਜੀ ਰਹੇ। ਠੀਕ ਹੈ ਨਾ, ਇਸ ਗੱਲ ਨੂੰ ਧਿਆਨ 'ਚ ਰੱਖ ਕੇ ਚਲੋ। ਇਹ 21ਵੀਂ ਸਦੀ ਹੈ, ਇਹ 18ਵੀਂ ਸਦੀ ਨਹੀਂ ਹੈਗੀ। ਠੀਕ ਹੈ ਜੀ, ਔਰ ਬਦਲਾਅ ਜਿਹੜਾ ਹੈ ਨਾ ਉਹ ਕੁਦਰਤ ਦਾ ਨਿਯਮ ਹੈ। ਬਦਲਾਅ ਕੁਦਰਤ ਦਾ ਨਿਯਮ ਹੈ। ਜੋ ਪਹਿਲਾਂ ਸੀ ਉਹ ਅੱਜ ਨਹੀਂ ਹੈ, ਜੋ ਅੱਜ ਹੈ ਉਹ ਕੱਲ੍ਹ ਨਹੀਂ ਰਹੇਗਾ। ਪਹਿਲਾਂ ਕੁਝ ਹੋਰ ਸੀ, ਅੱਜ ਕੁਝ ਹੋਰ ਹੈ, ਅੱਗੇ ਵਾਲੇ ਸਮੇਂ 'ਚ ਕੁਝ ਹੋਰ ਹੋਏਗਾ। ਠੀਕ ਹੈ ਨਾ, ਪਹਿਲਾਂ ਕਿਸੇ ਹੋਰ ਤਰੀਕੇ ਨਾਲ ਕੰਮਕਾਰ ਹੁੰਦੇ ਸੀ ਦੁਨੀਆ ਦੇ, ਅੱਜ ਕਿਸੇ ਹੋਰ ਤਰੀਕੇ ਨਾਲ ਹੁੰਦੇ ਆ, ਅੱਗੇ ਚੱਲ ਕੇ ਕਿਸੇ ਹੋਰ ਤਰੀਕੇ ਨਾਲ ਹੋਣਗੇ। ਪਹਿਲਾਂ ਆਵਾਜਾਈ ਦਾ ਸਾਧਨ ਗੱਡੇ ਸੀਗੇ, ਬੈਲ ਗੱਡੀਆਂ ਸੀਗੀਆਂ। ਠੀਕ ਹੈ ਜੀ, ਰੇਹੜੀਆਂ ਸੀਗੀਆਂ, ਤਾਂਗੇ ਸੀਗੇ। ਅੱਜ ਕਾਰਾਂ ਨੇ, ਬੱਸਾਂ ਨੇ, ਰੇਲ ਗੱਡੀਆਂ ਨੇ, ਹਵਾਈ ਜਹਾਜ਼ ਨੇ। ਹੋ ਸਕਦਾ ਹੈ ਅਗਲੀ ਸਦੀਆਂ ਵਿੱਚ ਜਾ ਕੇ ਕੁਝ ਹੋਰ ਤੌਰ ਤਰੀਕੇ ਬਦਲ ਜਾਣ ਆਵਾਜਾਈ ਦੇ ਸਾਧਨਾਂ ਦੇ। ਹੋ ਸਕਦਾ ਹੈ ਅਗਲੇ ਸਮਿਆਂ 'ਚ ਅਸੀਂ ਹੋਰ ਗ੍ਰਹਿਆਂ ਦੇ ਵਿੱਚ ਵੀ ਜਾ ਸਕੀਏ। ਅੱਜ ਤਾਂ ਹਜੇ ਸਿਰਫ ਖੋਜ ਹੀ ਚੱਲ ਰਹੀ ਹੈ ਕਿ ਹੋਰ ਗ੍ਰਹਿਆਂ 'ਤੇ ਜੀਵਨ ਹੈ ਵੀ ਜਾਂ ਨਹੀਂ। ਪਰ ਤੁਸੀਂ ਖੁਦ ਸੋਚੋ ਕਿ ਅਸੀਂ ਪੁਰਾਣੇ ਸਮਿਆਂ 'ਚ ਜਿੰਦੇ ਰਹਾਂਗੇ ਜੀ ਕਿ ਜੀ ਇਤਿਹਾਸ 'ਚ ਇਹ ਹੋਇਆ ਜੀ, ਅਸੀਂ ਇੰਨੀ ਵਾਰੀ ਦਿੱਲੀ ਜਿੱਤੀ, ਫਲਾਣਾ ਢਿਮਕਾ ਇਮਕਾ। ਇਹਦੇ ਨਾਲ ਕੀ ਹਾਸਲ ਹੋ ਜਾਊਗਾ?
ਜਿਹੜੇ ਵਿਦੇਸ਼ੀ NRI ਬੈਠ ਕੇ ਉੱਥੇ ਐਲਾਨ ਕਰ ਦਿੰਦੇ ਨੇ ਕਿ ਆਉਣਗੇ ਹੁਣ ਕੈਨੇਡਾ ਤੋਂ, ਅਮਰੀਕਾ ਤੋਂ ਪੰਨੂ ਸਾਹਿਬ ਇਨਾਮ ਦੇਣ ਸਪੈਸ਼ਲ, ਜੋ ਅੱਜ ਕੀਤਾ ਅਸੀਂ। ਆਉਣਗੇ। और कि दीप सिद्धू जी, मैं तो बल्कि दीप सिद्धू तो हैरान हाँ कि इन्ना पढ़िया लिखिया हो के, इन्ना समझदार हो के, जो कि एक बंदा जो कि WTO बारे एक डीप नॉलेज रखता है, क्योंकि मैं उसका लेक्चर सुनिया सी एक बारी। उसने काफ़ी गल्लां जो एक्सपोज कीतियां सी कि जिहड़े कानून है WTO के तहत ही बन रहे हैं। पर वो बंदा तुसी देख लो, जदों 26 जनवरी ਨੂੰ ट्रैक्टर मार्च होना है, वो बंदा अद्धी रात ਨੂੰ आके ਸਿੰਘੂ बॉर्डर ਤੇ किसानों ਨੂੰ ਭੜਕਾਉਂਦਾ है। ठीक है जी। तो कुछ लोग ਉਹਦੇ ਭੜਕਾਟ 'ਚ ਆਉਂਦੇ ਨੇ ਤੇ ਹਿੰਸਾਤਮਕ ਕਿਰਿਆਵਾਂ ਕਰਦੇ ਨੇ। ठीक है। और ਜਿਨ੍ਹਾਂ ਲੋਕਾਂ ਦੇ ਦਿਮਾਗ 'ਚ ਜ਼ਿਆਦਾ ਗਰਮੀ ਚੜ੍ਹੀ ਰਹਿੰਦੀ ਹੈ ਨਾ, ਉਹਨਾਂ ਨੂੰ ਮੈਂ ਦੱਸ ਦੇਵਾਂ ਵੀ ਅੱਜ ਪੁਲਿਸ ਵੱਲੋਂ ਗੋਲੀ ਚੱਲੀ ਹੈ ਤੇ ਮੇਰੇ ਖਿਆਲ 5-7 ਬੰਦਿਆਂ ਦੀ, ਸ਼ਾਇਦ, ਮੈਂ ਕਨਫਰਮ ਨਹੀਂ ਹੈਗਾ, ਸ਼ਾਇਦ ਉਹਨਾਂ ਦੀ ਡੈਥ ਹੋਈ ਹੈ। ਠੀਕ ਹੈ ਨਾ। ਤਾਂ ਇਹ ਹਿੰਸਾਤਮਕ ਕਿਰਿਆਵਾਂ ਨਾਲ ਕੁਝ ਨਹੀਂ ਹੋਣ ਲੱਗਿਆ। ਮੈਂ ਆਪਣੀ ਪੋਸਟ ਵਿੱਚ ਗਾਂਧੀ ਦੀ ਉਦਾਹਰਨ ਇਸ ਲਈ ਦਿੱਤੀ ਸੀਗੀ ਕਿ ਦੇਖੋ, ਆਪਾਂ ਗਾਂਧੀ ਦੇ ਵਿਚਾਰਾਂ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਉਹ ਇੱਕ ਅੱਡ ਵਿਸ਼ਾ ਹੈ, ਪਰ ਗਾਂਧੀ ਜੀ ਨੇ ਲੋਕ ਇਕੱਠੇ ਕੀਤੇ ਸੀ। ਗਾਂਧੀ ਜੀ ਨੇ ਸਿਰਫ ਆਪਣੇ ਸ਼ਾਂਤਮਈ ਅੰਦੋਲਨਾਂ ਨਾਲ ਪੂਰੀ ਅੰਗਰੇਜ਼ ਹਕੂਮਤ ਨੂੰ ਹਿਲਾ ਕੇ ਰੱਖਤਾ ਸੀ। ਇਹ ਵੀ ਇੱਕ ਸੱਚ ਹੈ। ਇਹ ਉਹ ਉਹਨਾਂ ਕੀ ਸੱਚ ਹੈ ਜਿੰਨਾ ਕਿ ਸੱਚ ਭਗਤ ਸਿੰਘ ਦੀ ਕੁਰਬਾਨੀ ਹੈ, ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਹੈ, ਜਾਂ ਗਦਰੀ ਬਾਬਿਆਂ ਦੀ ਕੁਰਬਾਨੀ ਹੈ। ਉਨਾ ਹੀ ਸੱਚ ਇਹ ਵੀ ਹੈ ਕਿ ਮਹਾਤਮਾ ਗਾਂਧੀ ਜੀ ਨੇ ਵੀ ਅੰਗਰੇਜ਼ ਸਰਕਾਰ ਨੂੰ ਹਿਲਾਇਆ ਸੀ। ਔਰ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਵਾਂ ਕਿ ਦੁਨੀਆ ਦੀ ਕੋਈ ਵੀ ਸਰਕਾਰ ਹੈ, ਕਿਸੇ ਵੀ ਕੰਟਰੀ ਦੀ ਸਰਕਾਰ ਹੈ, ਉਹ ਹਿੰਸਾਤਮਕ ਅੰਦੋਲਨਾਂ ਤੋਂ ਨਹੀਂ ਡਰਦੀ। ਉਹ ਸਿਰਫ ਤੇ ਸਿਰਫ ਸ਼ਾਂਤਮਈ ਅੰਦੋਲਨਾਂ ਤੋਂ ਡਰਦੀ ਹੈ, ਸ਼ਾਂਤਮਈ ਅੰਦੋਲਨਾਂ ਤੋਂ ਡਰਦੀ ਹੈ। ਠੀਕ ਹੈ ਨਾ। ਅਮਰੀਕਾ ਦੇ ਵਿੱਚ ਹੋਇਆ ਹੈ ਨਾ, ਹੁਣ ਟਰੰਪ ਦੇ ਸਮਰਥਕਾਂ ਨੇ ਕੀ ਕੀਤਾ ਉੱਥੇ, ਉਸ ਦਾ ਨਤੀਜਾ ਕੀ ਨਿਕਲਿਆ ਤੁਸੀਂ ਦੇਖਿਆ ਨਾ, ਰਿਜ਼ਲਟ ਦੇਖਿਆ ਨਾ ਆਪਣੀ ਅੱਖਾਂ ਨਾਲ। ਫਿਰ ਇਸ ਦੇ ਬਾਵਜੂਦ ਵੀ ਇਹ ਗਲਤੀਆਂ। ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਪਹਿਲਾਂ ਤਾਂ ਜਿੰਨੇ ਵੀ ਨੈਗੇਟਿਵ ਐਲੀਮੈਂਟਸ ਹੈ, ਇਹਨਾਂ ਨੂੰ ਅੰਦੋਲਨ ਤੋਂ ਬਾਹਰ ਕਰੋ। ਮੈਂ ਰਿਕੁਐਸਟ ਕਰਦਾ ਕਿਸਾਨ ਜਥੇਬੰਦੀਆਂ ਨੂੰ ਕਿ ਉਹ ਨੈਗੇਟਿਵ ਐਲੀਮੈਂਟਸ ਨੂੰ ਐਂਟਰ ਨਾ ਹੋਣ ਦੇਣ। ਠੀਕ ਹੈ ਨਾ। ਦੀਪ ਸਿੱਧੂ ਨੇ ਬਹੁਤ ਡਿਸਅਪੋਇੰਟ ਕੀਤਾ ਮੈਨੂੰ। ਮੈਂ ਮਤਲਬ ਸੋਚ ਵੀ ਨਹੀਂ ਸੀ ਸਕਦਾ ਕਿ ਉਹ ਬੰਦਾ ਇੱਦਾਂ ਦੇ ਭੜਕਾਊ ਭਾਸ਼ਣ ਦੇਗਾ ਸਟੇਜ 'ਤੇ ਆ ਕੇ, ਅਤੇ ਲੋਕ ਇੱਦਾਂ ਭੜਕ ਜਾਣਗੇ ਉਹਦੇ ਬਹਿਕਾਵੇ 'ਚ ਆ ਕੇ। ਠੀਕ ਹੈ। ਇਸ ਕਰਕੇ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ, ਹਜੇ ਵੀ ਕੁਝ ਨਹੀਂ ਵਿਗੜਿਆ, ਹਜੇ ਵੀ ਸਾਰਾ ਦੇਸ਼, ਸਾਰੇ ਦੇਸ਼ ਦੇ ਕਿਸਾਨ ਸਾਡੇ ਨਾਲ ਹੈ। ਠੀਕ ਹੈ ਜੀ। ਤੁਸੀਂ ਕਹਿੰਦੇ ਹੋ ਨਾ ਕਿ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀਆਂ ਲਈ ਬੈਠੇ ਹੋ, ਤਾਂ ਆਪਣੀ ਆਉਣ ਵਾਲੀ ਪੀੜ੍ਹੀਆਂ ਲਈ ਸੋਚੋ। ਠੀਕ ਹੈ ਨਾ। ਅੰਦੋਲਨ ਨੂੰ ਗਲਤ ਦਿਸ਼ਾ ਵੱਲ ਬਿਲਕੁਲ ਨਾ ਜਾਣ ਦਿਓ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੇਰੀ ਬਾਰ-ਬਾਰ ਰਿਕੁਐਸਟ ਹੈ। ਠੀਕ ਹੈ ਜੀ। ਕਿਉਂਕਿ ਇੱਕ ਇਹੋ ਜਿਹਾ ਅੰਦੋਲਨ ਹੈ ਜਿਹਦੇ ਵਿੱਚ 1% ਵੀ ਗਲਤੀ ਦੀ ਕੋਈ ਗੁੰਜਾਇਸ਼ ਹੈ ਹੀ ਨਹੀਂ, ਕਿਉਂਕਿ ਸਰਕਾਰ ਆਲਰੇਡੀ ਬਰਖਿਲਾਫ ਹੈ ਤੁਹਾਡੇ, ਮੀਡੀਆ ਵੀ ਤੁਹਾਡੇ ਖਿਲਾਫ ਹੈ, BJP ਸਪੋਰਟਰਸ ਤਾਂ ਤੁਹਾਡੇ ਖਿਲਾਫ ਸ਼ੁਰੂ ਤੋਂ ਹੀ ਨੇ। ਉਹ ਤਾਂ ਕਹਿ ਹੀ ਰਹੇ ਨੇ ਕਿ ਭਾਈ ਸਾਨੂੰ ਤਾਂ day 1 ਤੋਂ ਹੀ ਪਤਾ ਸੀਗਾ ਕਿ ਇਹਨਾਂ ਦੀ ਇੰਟੈਂਸ਼ਨ ਕੁਝ ਹੋ ਰਹੀ ਹੈ। ਇਸ ਕਰਕੇ ਹੁਣ ਇਹ ਤੁਹਾਡੇ ਹੱਥ ਹੈ, ਤੁਸੀਂ ਅੰਦੋਲਨ ਨੂੰ ਬਚਾਉਣਾ ਹੈ ਜਾਂ ਫੇਲ ਕਰਨਾ ਹੈ। 4-5 ਮਹੀਨੇ ਦੀ ਕਮਾਈ ਹੈ ਮੇਰੇ ਕਿਸਾਨ ਭਰਾਵਾਂ ਦੀ, ਜਿਹੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਸੀ। ਉਹਨਾਂ ਦੀ ਕਮਾਈ ਨੂੰ ਮਿੱਟੀ 'ਚ ਨਾ ਰੋਲੋ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਬਾਰ-ਬਾਰ ਰਿਕੁਐਸਟ ਕਰਨਾ ਤੁਹਾਡੇ ਅੱਗੇ। ਬਹੁਤ ਮੁਸ਼ਕਿਲ ਨਾਲ ਇੱਦਾਂ ਦੇ ਅੰਦੋਲਨ ਆਉਂਦੇ ਨੇ, ਬਹੁਤ ਮੁਸ਼ਕਿਲ ਨਾਲ ਇੱਦਾਂ ਦਾ ਜਨ ਸਮੂਹ ਇਕੱਠਾ ਹੁੰਦਾ ਹੈ। ਠੀਕ ਹੈ ਜੀ। ਇਸ ਨੂੰ ਖਰਾਬ ਨਾ ਹੋਣ ਦਿਓ, ਮੇਰੀ ਰਿਕੁਐਸਟ ਹੈ। ਔਰ ਈਵਨ ਮੈਂ ਇਸੇ ਕਰਕੇ YouTube ਚੈਨਲ ਸ਼ੁਰੂ ਕੀਤਾ ਹੈ, ਇਸੇ ਕਰਕੇ ਮੈਂ ਹਿੰਦੀ ਬੋਲਣ ਨੂੰ ਚੁਣਿਆ ਵੀ ਤਾਂ ਕਿ
ਜਿਹੜੀ ਸਾਡੀ ਆਵਾਜ਼ ਹੈ, ਜੋ ਸਾਡੇ 4-5 ਦੋਸਤਾਂ ਦਾ ਜੋ ਮਿਸ਼ਨ ਹੈ, ਅਸੀਂ ਆਪਣੀ ਆਵਾਜ਼ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਈਏ, WTO ਨੂੰ ਐਕਸਪੋਜ਼ ਕਰੀਏ। ਠੀਕ ਹੈ ਨਾ। ਅੱਜ ਸਾਡੇ ਕੋਲ ਸਾਧਨ ਸੀਮਿਤ ਨੇ। ਠੀਕ ਹੈ ਨਾ। ਮੈਨੂੰ ਇੱਕੋ ਹੀ ਰਸਤਾ ਲੱਭਾ ਹੈ YouTube ਦਾ, ਤਾਂ ਮੈਂ ਉਹ ਚੁਣਿਆ ਕਿ ਠੀਕ ਹੈ ਹਜੇ ਇਸ ਤੋਂ ਸ਼ੁਰੂਆਤ ਕਰਦੇ ਹਾਂ। ਬਾਕੀ ਆਉਣ ਵਾਲੇ 5-4 ਸਾਲਾਂ ਤੱਕ ਅਸੀਂ ਇਹ ਵੀ ਸੋਚ ਰੱਖਿਆ ਹੈ ਕਿ ਅਸੀਂ ਖੁਦ ਫਿਜ਼ੀਕਲੀ ਇੰਡੀਆ ਦੇ ਕੋਨੇ 'ਤੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਾਂਗੇ, WTO ਬਾਰੇ ਉਹਨਾਂ ਨੂੰ ਸੁਚੇਤ ਕਰਾਂਗੇ ਅਤੇ ਇਹਨਾਂ ਕਾਨੂੰਨਾਂ 'ਚੋਂ ਕਿਵੇਂ ਨਿਕਲਣਾ ਹੈ, ਕਰਜ਼ੇ ਦੇ ਜਾਲ 'ਚੋਂ ਕਿਵੇਂ ਨਿਕਲਣਾ ਹੈ, ਬਾਜ਼ਾਰਾਂ ਦੇ ਚੱਕਰਾਂ 'ਚੋਂ ਕਿਵੇਂ ਨਿਕਲਣਾ ਹੈ, ਇਹ ਸਭ ਚੀਜ਼ਾਂ ਬਾਰੇ ਅਸੀਂ ਕਿਸਾਨਾਂ ਨੂੰ ਜਾਗਰੂਕ ਕਰਾਂਗੇ, ਦੇਸ਼ ਦੇ ਕੋਨੇ-ਕੋਨੇ 'ਤੇ ਜਾ ਕੇ ਜਾਗਰੂਕ ਕਰਾਂਗੇ। ਔਰ ਮੈਂ ਯਕੀਨ ਮੰਨੋ ਦੋਸਤੋ, ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ। ਮੈਨੂੰ ਪੰਜਾਬ ਦੇ ਕਿਸਾਨਾਂ ਦੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ। ਮੈਂ ਰਿਕੁਐਸਟ ਕਰਦਾ ਕਿ ਮੇਰਾ ਸਾਥ ਦਿਓ, ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਇਸ ਅੰਦੋਲਨ ਨੂੰ ਕਾਮਯਾਬ ਕਰੋ। ਇਸ ਅੰਦੋਲਨ ਨੂੰ ਕਾਮਯਾਬ ਕਰਨਾ ਤੁਹਾਡੇ ਹੱਥ ਹੈ। ਠੀਕ ਹੈ ਜੀ। ਔਰ ਇੱਕ ਗੱਲ ਮੇਰੀ ਹਮੇਸ਼ਾ ਚੇਤੇ ਰੱਖਿਓ ਕਿ ਇਹ 21ਵੀਂ ਸਦੀ ਹੈ, ਇਹ 18ਵੀਂ ਸਦੀ ਨਹੀਂ ਹੈਗੀ। ਸਮੇਂ ਦੇ ਨਾਲ ਤੌਰ ਤਰੀਕੇ ਬਦਲ ਜਾਂਦੇ ਨੇ ਲੜਨ ਦੇ। ਠੀਕ ਹੈ ਜੀ। 18ਵੀਂ ਸਦੀ ਦੇ ਵਿੱਚ ਇੰਡੀਆ ਦੇਸ਼, ਜਿਹੜਾ ਭਾਰਤ ਦੇਸ਼ ਹੈ, ਉਹ ਇੱਕ ਸੰਗਠਿਤ ਨਹੀਂ ਸੀਗਾ। ਇੱਥੇ ਅੱਡ-ਅੱਡ ਰਿਆਸਤਾਂ ਸੀਗੀਆਂ, ਅੱਡ-ਅੱਡ ਰਾਜੇ ਮਹਾਰਾਜਾ ਸੀਗੇ, ਉਹ ਆਪਸ 'ਚ ਲੜਦੇ ਮਰਦੇ ਰਹਿੰਦੇ ਸੀਗੇ। ਠੀਕ ਹੈ ਨਾ। ਪਰ ਹੁਣ ਟਾਈਮ ਬਦਲ ਚੁੱਕਾ ਹੈ। ਠੀਕ ਹੈ ਨਾ। ਹੁਣ ਨਾ ਤਾਂ ਉਹ ਤੀਰ ਕਮਾਨਾਂ ਵਾਲਾ ਟਾਈਮ ਰਿਹਾ। ਠੀਕ ਹੈ ਨਾ। ਔਰ ਨਾ ਹੀ ਹੁਣ ਉਹ ਰਾਜੇ ਮਹਾਰਾਜਿਆਂ ਵਾਲਾ ਟਾਈਮ ਰਿਹਾ। ਇਸ ਕਰਕੇ ਹੁਣ ਸਮੇਂ ਦੇ ਨਾਲ ਚੱਲੋ। ਹੁਣ ਜੋ ਹਥਿਆਰ ਆਪਣੇ ਕੋਲ ਕੀ ਨੇ, ਇਸ ਦਾ ਸਭ ਤੋਂ ਵੱਡਾ ਹਥਿਆਰ ਹੈ ਇੰਟਰਨੈਟ। ਇਸ ਦਾ ਵੱਧ ਤੋਂ ਵੱਧ ਯੂਜ਼ ਕਰੋ। ਪ੍ਰੈਸ ਦਾ ਯੂਜ਼ ਕਰੋ, ਆਪਣੇ ਵਿਚਾਰ ਪ੍ਰੈਸ ਤੱਕ ਪਹੁੰਚਾਓ। ਵਿਚਾਰਾਂ ਦੀ ਲੜਾਈ ਲੜੋ, ਨਾ ਕਿ ਹਥਿਆਰਾਂ ਨਾਲ ਲੜਾਈ ਲੜੋ। ਅਹਿੰਸਾਤਮਕ ਅੰਦੋਲਨ ਕਰੋ, ਨਾ ਕਿ ਹਿੰਸਾਤਮਕ ਅੰਦੋਲਨ ਕਰੋ। ਕਿਉਂਕਿ ਸਰਕਾਰਾਂ ਅਹਿੰਸਾ ਤੋਂ ਹੀ ਜ਼ਿਆਦਾ ਡਰਦੀਆਂ ਨੇ, ਹਿੰਸਾ ਤੋਂ ਕੋਈ ਸਰਕਾਰ ਕਦੇ ਨਹੀਂ ਡਰਦੀ। ਠੀਕ ਹੈ ਦੋਸਤੋ, ਮੈਂ ਉਮੀਦ ਕਰਦਾ ਕਿ ਤੁਸੀਂ ਮੇਰੀ ਗੱਲ ਜ਼ਰੂਰ ਸਮਝੋਗੇ ਅਤੇ ਇਸ ਅੰਦੋਲਨ ਨੂੰ ਕਾਮਯਾਬ ਬਣਾਓਗੇ ਅਤੇ ਸਾਡੇ ਮਿਸ਼ਨ ਨੂੰ ਵੀ ਤੁਸੀਂ ਜ਼ਰੂਰ ਕਾਮਯਾਬ ਕਰਨ 'ਚ ਸਾਡਾ ਸਪੋਰਟ ਕਰੋਗੇ। ਸਤਿ ਸ਼੍ਰੀ ਅਕਾਲ ਦੋਸਤੋ।